गुर गोबिंद गोपाल गुर गुरपूरन नारायण है। गुरदयाल समरथ गुर गुरु नानक पतत उदाहरण है। चवर छतर तखत दे मालिक साहिब श्री गुरु ग्रंथ साहिब जी की पवित्र हजूरी विच सुभाएमान गुरु स्वरूप गुरु प्यारी खालसा साध संगत की फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी दे पवित्र स्थान गुरुद्वारा श्री बंगला साहिब विखे आप सरबत संगतां हाजरीन हो। बड़ी सहजता दे नाल सत्कारयोग सिंह साहब ज्ञानी रणजीत सिंह हुणा ने आप संगत नूं तुरकी बाणी दा फरमान सरवण करवाया है। धन धन श्री गुरु तेग बहादुर साहब सच्चे पातशाह जी दे 400 साला प्रकाश दिहाड़े नूं समर्पित तिन्हां दी पाक बाणी दी विचार जो इस पाक स्थान ते चल रही है। आओ उस अगम्मी विचार नाल जुड़ के अपने समय नूं जीवन नूं सफला करन दा यतन करिए। सतनाम श्री वाहिगुरू साहिब जी। बिरद भयो सूझै नहीं काल पहुँच्यो आना कहो नानक नर बावरे क्यों न भजै भगवान। श्री गुरु तेग बहादुर साहब सच्चे पातशाह अपने निर्गुण स्वरूप परमेश्वर दे गीत गाउण लई सानू प्रेरणा दिंदे ने। गुरु नानक साहब पातशाह तो लैके गुरु गोबिंद सिंह साहिब सच्चे पातशाह तक 10 सरगुण स्वरूप अकाल पुरख ने मनुखता दी भलाई हित धारे। गुरु ग्रंथ साहिब सच्चे पातशाह दा इस बाबत फरमान है महिमा कही ना जाए गुर समरथ देव गुर पार ब्रह्म परमेश्वर अपरंपर अलख अपेव। गुरु दी जिहड़ी महिमा है उन्होंने लख लेना ओदा अंत पा लेना ये इंसान दे वस विच नहीं है, क्योंकि सुरती दी एक सीमा है ते गुरु दी हस्ती असीम है। महाराज पातशाह गुरु ग्रंथ साहिब कहिंदे ने गुरु पार ब्रह्म दा स्वरूप है, सो ओदा अंत पा सकना ये मुश्किल है, नामुमकिन है। और समर्थ लफ्ज वरत्या है। गुरु हर कारण दा करता है, जो चाहे कर सकता है, ऐसी बुलंद हस्ती है।
ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਭਾਈ ਨੰਦ ਲਾਲ ਜੀ ਕਰਦੇ ਹੋਏ ਕਹਿੰਦੇ ਨੇ, ਸੁਲਤਾਨੁਲ ਦੁਨੀਆ ਵੱਲ ਆਖਿਰਤ ਵਾ ਤਖਤ ਆਰਾਏ ਇਜ਼ਾਜ਼ ਵੱਲ ਮੁਫਾਖਿਰਤ। ਭਾਈ ਨੰਦ ਲਾਲ ਜੀ, ਤੁਹਾਡੀ ਨਜ਼ਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਹਸਤੀ ਭਗਵਾਨ ਵਰਗੀ ਹੈ, ਪਰਮਾਤਮਾ ਵਰਗੀ ਹੈ। ਉਹ ਪਰਮਾਤਮਾ ਦਾ ਸਵਰੂਪ ਨੇ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ, ਸੁਲਤਾਨੁਲ, ਸੁਲਤਾਨ ਬਾਦਸ਼ਾਹ ਨੂੰ ਕਹਿੰਦੇ ਨੇ। ਉਲ ਕਿਰਿਆ ਵਿਸ਼ੇਸ਼ਣ ਹੈ। ਦੁਨੀਆ ਮਾਤ ਲੋਕ ਨੂੰ ਕਿਹਾ ਹੈ, ਸ਼ਲੋਕਾਈ ਨੂੰ ਕਿਹਾ ਹੈ। ਕਹਿੰਦੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ, ਉਹ ਇਸ ਦੁਨੀਆ ਭਾਵ ਮਾਤ ਲੋਕ ਅਤੇ ਉਸ ਦੁਨੀਆ ਭਾਵ ਪਰਲੋਕ, ਲੋਕ ਅਤੇ ਪਰਲੋਕ ਦੇ ਬਾਦਸ਼ਾਹ ਹਨ। ਦੁਨੀਆ ਦੇ ਆਗਾਜ਼ ਤੋਂ ਪਹਿਲਾਂ ਦੇ ਨੇ। ਦੁਨੀਆ ਰਚਨਾ ਵਿੱਚ ਆਈ ਮੌਜੂਦ ਸਨ। ਨਾ ਵੀ ਦੁਨੀਆ ਰਵੇ, ਉਹ ਅੰਤ ਤੱਕ ਰਹਿਣ ਵਾਲੇ ਨੇ। ਭਾਵ ਜੋ ਅਕਾਲ ਪੁਰਖ ਸਦੀਵੀ ਹੈ, ਗੁਰੂ ਤੇਗ ਬਹਾਦਰ ਸਾਹਿਬ ਉਹਦਾ ਸਰਗੁਣ ਸਰੂਪ ਨੇ। ਅੱਗੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਦੋਂ ਪੜ੍ਹਦੇ ਹੋ, ਉੱਥੇ ਵੀ ਆਉਂਦਾ ਹੈ, ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਿਬੇਕ ਸਤ ਸਰ ਉਹ ਆਦ, ਜੁਗਾਦੀ ਜੁਗਹ ਜੁਗ ਪੂਰਾ ਪਰਮੇਸ਼ਰ। ਆਦ ਵੀ ਹੈ ਦੁਨੀਆ ਦਾ, ਹਰ ਯੁੱਗ ਵਿੱਚ ਹੈ, ਔਰ ਅੰਤ ਵਿੱਚ ਰਹਿਣ ਵਾਲਾ ਵੀ ਹੈ। ਭਾਈ ਨੰਦ ਲਾਲ ਅੱਗੇ ਕਹਿੰਦੇ ਨੇ, ਤਖਤ ਆਰਾਏ। ਤਖਤ ਦਾ ਮਤਲਬ ਤੁਸੀਂ ਸਮਝਦੇ ਹੀ ਹੋ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਜੋ ਤਖਤ ਹੈ। ਆਰਾਏ ਦਾ ਮਤਲਬ ਹੈ ਸਜਾਉਣਾ। ਗੁਰੂ ਨਾਨਕ ਸਾਹਿਬ ਦੇ ਗੁਰਤਾ ਦੇ ਅਗੰਮੀ ਤਖਤ ਨੂੰ ਹੋਰ ਸਜਾਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਇਜ਼ਾਜ਼ ਕਹਿੰਦੇ ਨੇ, ਮਿਹਰਬਾਨੀਆਂ, ਮੁਫਾਖਿਰਤ, ਵਡਿਆਈਆਂ ਨੂੰ ਕਿਹਾ ਹੈ। ਕਹਿੰਦੇ ਆਏ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਵਡਿਆਈਆਂ ਦੇ, ਮਿਹਰਬਾਨੀਆਂ ਦੇ ਤਖਤ ਦੇ ਵਾਰਸ ਹੋ। ਗੁਰੂ ਨਾਨਕ ਦੇ ਤਖਤ ਨੂੰ ਹੋਰ ਸਜਾਵਟ ਦੇਣ ਵਾਲੇ ਹੋ। ਜਿਹੜਾ ਤੁਹਾਡੀ ਸ਼ਰਨ ਆਵੇਗਾ, ਉਸ ਦੀ ਝੋਲੀ ਤੁਸੀਂ ਵਡਿਆਈਆਂ ਨਾਲ ਭਰਦੇ ਹੋ, ਉਸ ਤੇ ਤੁਸੀਂ ਮਿਹਰ ਕਰਦੇ ਹੋ। ਜਿਵੇਂ ਬਾਣੀ ਚਾਹੁੰਦਾ ਨਾ, ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਗੁਰੂ ਸਦਾ ਹੀ ਮਿਹਰਵਾਨ ਹੈ। ਉਹ ਡੱਕ ਲਾ ਦਿੰਦਾ ਹੈ, ਉਹ ਬੰਦ ਪਾਉਂਦਾ ਹੈ ਤੁਹਾਡੇ ਤੇ ਦੁੱਖਾਂ ਦੇ ਦਰਮਿਆਨ, ਤੁਹਾਨੂੰ ਦੁੱਖਾਂ ਤੋਂ ਬਚਾਉਂਦਾ ਹੈ, ਪੂਰਨ ਆਨੰਦ ਬਖਸ਼ਦਾ ਹੈ, ਮਿਹਰਬਾਨੀਆਂ ਕਰਨ ਵਾਲਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਸਤਿਗੁਰ ਤੁਲ ਨਾ ਮਿਹਰਵਾਨ, ਮਾਤਾ ਪਿਤਾ ਨਾ ਦੇਵ ਸੁਬਾਏ, ਡਿੱਠੇ ਸਭੇ ਠੋਕ ਵਜਾਏ। ਨਾ ਕੋਈ ਰਹਿਬਰ, ਨਾ ਦੇਵੀ, ਨਾ ਦੇਵਤਾ, ਨਾ ਮਾਈ, ਨਾ ਬਾਪ। ਗੁਰੂ ਵਰਗਾ ਮਿਹਰਬਾਨ ਕੋਈ ਨਹੀਂ ਹੈ, ਗੁਰੂ ਵਰਗਾ ਦਿਆਲੂ ਕੋਈ ਨਹੀਂ ਹੈ। ਉਦਾਹਰਣ ਦਿੰਦੇ ਨੇ, ਸੂਰਜ ਚੰਦ ਨਾ ਪੁੱਜਣੀ, ਦੀਵੇ ਲੱਖ ਤਾਰੇ ਚਮਕਾਏ। ਕਹਿੰਦੇ ਜਿਵੇਂ ਲੱਖਾਂ ਤਾਰੇ ਚਮਕ ਰਹੇ ਹੋਣ, ਉਹ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਇਉਂ ਗੁਰੂ ਦੇ ਤੁੱਲ ਦੁਨੀਆ ਤੇ ਕੋਈ ਹੋਰ ਨਹੀਂ ਹੈ। ਉਹ ਵਡਿਆਈਆਂ ਦੇਣ ਵਾਲੇ ਨੇ। ਪੂਰੇ ਸਤਿਗੁਰ ਦਿੱਤੀ ਵਡਿਆਈ
ਊਤਮ ਪਦਵੀ ਹਰ ਨਾਮ ਸਮਾਈ। ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਹੈ ਉਹਨੂੰ ਪਰਮ ਪਦ ਮਿਲਦਾ ਹੈ। ਉਹ ਮਹਾਂਪੁਰਸ਼ ਦੁਨੀਆ ਤੇ ਸਦੀਵੀ ਨਾਮ ਕਰਕੇ ਅਮਰ ਹੋ ਜਾਂਦਾ ਹੈ। ਸੋ ਐਸੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਆਪਣੇ ਨਿਰਗੁਣ ਸਰੂਪ ਨਾਲ ਅਕਾਲ ਪੁਰਖ ਨਾਲ ਜੋੜਨ ਦਾ ਹੁਕਮ ਕਰਦੇ ਨੇ। ਇਹ ਬਚਨ ਫਰਮਾਉਂਦੇ ਨੇ ਵੀ ਤੇਰੀ ਉਮਰ ਬੀਤਦੀ ਜਾ ਰਹੀ ਹੈ, ਸਮਾਂ ਤੇਰੇ ਪਾਸ ਹੈ ਨਹੀਂ ਹੈ, ਜੀਵਨ ਸਫਲਾ ਕਰ, ਅਕਾਲ ਪੁਰਖ ਦੇ ਗੀਤ ਗਾ। ਇਹ ਨਾ ਹੋਵੇ ਉਮਰ ਥੁੜ ਜਾਵੇ, ਕਾਲ ਸਿਰ ਤੇ ਆ ਜਾਵੇ, ਉਹਦੇ ਗੀਤ ਗਾਏ ਨਾ ਜਾ ਸਕਣ, ਇਹ ਜੀਵਨ ਵਿਅਰਥ ਚਲਿਆ ਜਾਵੇ। ਮਹਾਰਾਜ ਆਖਣ ਲੱਗੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਬਿਰਧ ਦਾ ਮਤਲਬ ਹੈ ਵਰਿੱਧ, ਵੱਡੀ ਉਮਰ ਵਾਲਾ, ਬਜ਼ੁਰਗ। ਅੱਗੇ ਮਹਾਰਾਜ ਨੇ ਲਫ਼ਜ਼ ਵਰਤਿਆ ਹੈ ਸੂਝੈ, ਭਾਵ ਸੂਝ। ਸੂਝ ਦਾ ਮਤਲਬ ਹੈ ਸਮਝ, ਹੋਸ਼ੋ ਹਵਾਸ, ਪ੍ਰਤੀਤ ਹੋਣਾ, ਦਿਸਣਾ, ਸਮਝ ਵਿੱਚ ਆ ਜਾਣਾ। ਕਹਿੰਦੇ ਬੁੱਢਾ ਹੋ ਗਿਆ ਹੈ, ਸੂਝੈ ਨਹੀਂ। ਹੁਣ ਸੋਝੀ ਜਿਹੜੀ ਸੀ ਨਾ ਇੰਦਰੀਆਂ ਨੂੰ, ਉਹ ਖਤਮ ਹੁੰਦੀ ਜਾ ਰਹੀ ਹੈ। ਇੰਦਰੇ ਨਕਾਰਾ ਹੁੰਦੇ ਜਾ ਰਹੇ ਨੇ, ਅੱਖਾਂ ਨੂੰ ਦਿਖਣੋਂ ਘਟ ਰਿਹਾ ਹੈ, ਸੁਰਤੀ ਵਿੱਚ ਕੋਈ ਗੱਲ ਹੁਣ ਟਿਕੀ ਨਹੀਂ ਰਹਿੰਦੀ, ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ, ਕਦਮ ਲੜਖੜਾਉਣ ਲੱਗ ਪਏ ਨੇ, ਹਸਤ ਕਰਮ ਨਹੀਂ ਪੂਰਾ ਕਰ ਰਹੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਚੌਥਾ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਬਿਰਧ ਭਇਆ ਤਨ ਖੀਣ, ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ, ਕੰਨੀ ਸੁਣੈ ਨਾ ਵੈਣ। ਅੱਖੀ ਅੰਧ ਜੀਵ ਰਸ ਨਾਹੀ, ਰਹਿ ਪਰਾਕੋ ਤਾਣਾ। ਕਹਿੰਦੇ ਬਜ਼ੁਰਗ ਹੋਇਆ, ਬੁਢਾਪਾ ਆ ਗਿਆ। ਇਹ ਅਵਸਥਾ ਰੂਪੀ ਰਾਤ ਦਾ ਅਖੀਰਲਾ ਪਹਿਰ ਸੀ, ਚੌਥਾ ਪਹਿਰ। ਇਹ ਅਵਸਥਾ ਦੀ ਉਮਰ ਦੀ ਰਾਤ ਮੁੱਕਣ ਵਾਲੀ ਹੈ। ਤਨ ਖੀਣ ਹੋ ਗਿਆ ਹੈ, ਭਾਵ ਤਨ ਖੁਰਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ, ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਖਾਂ ਨੂੰ ਦਿਖਣੋਂ ਹਟ ਗਿਆ, ਨਜ਼ਰ ਹੀ ਨਹੀਂ ਆ ਰਿਹਾ, ਕਿਸੇ ਦੀ ਨਜ਼ਰ ਘਟ ਗਈ ਹੈ, ਕੋਈ ਉਦਾਂ ਹੀ ਅੰਨਾ ਹੋ ਗਿਆ ਹੈ। ਹੁਣ ਕੰਨ ਵੀ ਜਿਹੜੇ ਨੇ ਨਾ, ਉਹ ਸੁਣ ਨਹੀਂ ਪਾਉਂਦੇ ਅਗਲੇ ਦੀ ਆਵਾਜ਼, ਉਹ ਤਾਕਤ ਨਹੀਂ ਰਹੀ ਕੰਨਾਂ ਦੇ ਵਿੱਚ। ਜੀਭ ਰਸ ਨਹੀਂ, ਜ਼ੁਬਾਨ ਨੂੰ ਵੀ ਹੁਣ ਸਵਾਦਾਂ ਦਾ ਬਹੁਤਾ ਪਤਾ ਨਹੀਂ ਲੱਗਦਾ, ਇੰਦਰੇ ਕੰਮ ਛੱਡਦੇ ਜਾ ਰਹੇ ਨੇ। ਪਰਾਕੋ ਤਾਣਾ ਦਾ ਭਾਵ ਹੈ ਪਰਾਏ ਤਾਣ ਦੇ ਬਲ ਤੇ ਹੀ ਦਿਨ ਹੁਣ ਤੂੰ ਗੁਜ਼ਾਰ ਰਿਹਾ ਹੈ। ਤੇਰੇ ਸੰਗੀ ਸਾਥੀ ਪੁੱਤਰ ਧੀਆਂ ਪੋਤਰੇ ਪੜਪੋਤਰੇ ਹੀ ਹੁਣ ਤੈਨੂੰ ਬੁਰਕੀ ਦਿੰਦੇ ਨੇ, ਤੈਨੂੰ ਸਹਾਰਾ ਦਿੰਦੇ ਨੇ, ਭਾਵ ਤੇਰੇ ਆਪਣੇ ਹੁਣ ਪੱਲੇ ਕੁਝ ਨਹੀਂ ਰਿਹਾ। ਹੁਣ ਮੁਸ਼ਕਲ ਇਹ ਹੈ, ਸਾਰਾ ਜੀਵਨ ਵਿਕਾਰਾਂ ਵਿੱਚ ਕੱਢ ਦਿੱਤਾ, ਗੁਣ ਅੰਤਰ ਨਾਹੀ, ਕਿਉ ਸੁਖ ਪਾਵੈ ਮਨਮੁਖ ਆਵਣ ਜਾਣਾ। ਕਹਿੰਦੇ ਇਸ ਜੀਵਨ ਕਾਲ ਦੌਰਾਨ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਹੀ ਨਾ, ਸੰਸਾਰ ਦੇ ਨਾਲ ਜੁੜਿਆ ਰਿਹਾ। ਹੁਣ ਮੌਤ ਆਉਣ ਵਾਲੀ ਹੈ ਤੇ ਮੌਤ ਦੀ ਘੜੀ ਤੋਂ ਸਭ ਡਰਦੇ ਨੇ, ਕਿਉਂਕਿ ਤਕਲੀਫ ਬੜੀ ਹੁੰਦੀ ਹੈ। ਬਾਣੀ ਦਾ ਇੱਕ ਫੁਰਮਾਨ ਹੈ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਤੁਸੀਂ ਦੇਖਿਓ ਕਦੇ ਵੀ ਕਿਸੇ ਨੂੰ ਮੌਤ ਆਵੇ ਨਾ, ਚਾਹੇ
ਹਾਰਟ ਅਟੈਕ ਹੋਵੇ, ਹਾਰਟ ਫੇਲੀਅਰ ਹੋਵੇ, ਕਿਸੇ ਤਰ੍ਹਾਂ ਵੀ ਮੌਤ ਆਵੇ ਤੇ ਉਹ ਅੰਦਰੋਂ ਬਲੱਡ ਨਿਕਲਦਾ ਹੈ, ਨਾਸਾਂ ਥਾਣੀ ਸਰੀਰ ਚੋਂ ਗੰਦਗੀ ਨਿਕਲਦੀ ਹੈ। ਹੁਣ ਅਧਿਆਤਮਕ ਮੰਡਲਾਂ ਵਿੱਚ ਉਡਾਰੀਆਂ ਲਾਉਣ ਵਾਲੇ ਮਹਾਂਪੁਰਸ਼ ਇਹ ਗੱਲ ਕਹਿੰਦੇ ਨੇ ਵੀ ਸਰੀਰ ਦੀ ਪਕੜ ਬੜੀ ਸੀ ਉਸ ਸੂਖਸ਼ਮ ਸਰੀਰ ਨੂੰ, ਜੋਤ ਨੂੰ। ਉਹ ਸਰੀਰ ਉਸ ਜੋਤ ਨੂੰ, ਸਵਾਸਾਂ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਧੱਕੋ ਜ਼ੋਰੀ ਜਿਹੜੇ ਜਮ ਨੇ ਨਾ, ਮੈਸੇਂਜਰ ਆਫ ਡੈਥ, ਉਹ ਸਾਹਾਂ ਨੂੰ ਇਹਦੇ ਕੋਲੋਂ ਖੋਹਦੇ ਨੇ, ਸਰੀਰ ਕੋਲੋਂ। ਉਦੋਂ ਫਿਰ ਭੰਨ ਤੋੜ ਹੁੰਦੀ ਹੈ, ਤਕਲੀਫ ਹੁੰਦੀ ਹੈ, ਹੱਡਾਂ ਕੂਕੜਕਾਏ, ਹੱਡਾਂ ਨੂੰ ਭੰਨਿਆ ਜਾਂਦਾ ਹੈ। ਉਹ ਅੰਦਰ ਜੋ ਨਸਾਂ ਫਟਦੀਆਂ ਨੇ, ਤੰਗੀ ਆਉਂਦੀ ਹੈ। ਕਹਿੰਦੇ ਇਹ ਸਾਰੀ ਖੇਡ ਜਮ ਵਰਤਾਉਂਦੇ ਨੇ। ਹੁਣ ਇਹ ਔਖੀ ਘੜੀ ਹੈ, ਜਿਹੜਾ ਨਾਮ ਭਜਨ ਸਿਮਰਨ ਕਰਦਾ ਹੈ ਉਹਦੇ ਲਈ ਇਹ ਘੜੀ ਵੀ ਸੁਖਾਲੀ ਹੋ ਨਿਬੜਦੀ ਹੈ, ਤੇ ਜੋ ਨਾਮ ਸਿਮਰਨ ਤੋਂ ਭਜਨ ਤੋਂ ਦੂਰ ਹੈ ਉਹਦੇ ਲਈ ਇਹ ਮੌਤ ਬੜੀ ਭਿਅੰਕਰ ਹੈ। ਸੋ ਮਹਾਰਾਜ ਕਹਿੰਦੇ ਨੇ ਗੁਣ ਉਹਦੇ ਸੰਭਾਲੇ ਹੀ ਨਹੀਂ, ਗਾਏ ਹੀ ਨਹੀਂ। ਬੁੱਢਾ ਤੂੰ ਹੋ ਗਿਆ ਹੈ, ਸਮਾਂ ਤੇਰੇ ਕੋਲ ਹੁਣ ਰਿਹਾ ਨਹੀਂ ਹੈ, ਮੌਤ ਸਿਰ ਤੇ ਆਣ ਖਲੋਤੀ ਹੈ, ਇੱਥੇ ਹੀ ਵਸ ਨਹੀਂ ਹੋਣੀ। ਹੁਣ ਮਰਨ ਤੋਂ ਬਾਅਦ ਵੀ ਕਹਿੰਦੇ ਮਨਮੁਖ ਆਵਣ ਜਾਣਾ, ਜੂਨਾ ਵਿੱਚ ਪਵੇਂਗਾ, ਆਵਾਗਮਨ ਵਿੱਚ ਪਵੇਂਗਾ। ਮਨਮੁਖ ਵਿਲ ਕਮਸ ਐਂਡ ਗੋਜ਼ ਇਨ ਰੀਇਨਕਾਰਨੇਸ਼ਨ, ਜੂਨਾ ਵਿੱਚ ਆਵੇਗਾ ਮਨਮੁਖ ਬੰਦਾ ਜਿਹਨੇ ਗੀਤ ਨਹੀਂ ਗਾਏ ਅਕਾਲ ਪੁਰਖ ਦੇ। ਇੱਕ ਤੇ ਇੱਕੇ ਵਾਰ ਮੌਤ ਥੋੜਾ ਆਈ ਹੈ, ਜਦੋਂ 9-10 ਮਹੀਨੇ ਮਾਂ ਦੇ ਗਰਭ ਵਿੱਚ ਲਟਕਿਆ ਰਿਹਾ, ਫਿਰ ਦੁਨੀਆ ਤੇ ਆਇਆ, ਫਿਰ ਮਰੇਗਾ, ਫਿਰ ਜਾਵੇਗਾ, ਫਿਰ ਆਵੇਗਾ। ਇਹ ਖੇਡ ਚੱਲਦੀ ਰਹੇਗੀ। ਨਾਮ ਜਪਣ ਵਾਲਾ ਨਿਜਾਤ ਪਾਉਂਦਾ ਹੈ। ਤਾਂ ਭਜਨ ਕਰਨ ਲਈ ਪਾਤਸ਼ਾਹ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਆਖਣ ਲੱਗੇ, ਬਿਰਧ ਹੋ ਗਿਆ ਏ, ਸੋਝੀ ਜਾਂਦੀ ਰਹੀ ਹੈ, ਅੱਖਾਂ ਵੇਖ ਨਹੀਂ ਪਾ ਰਹੀਆਂ, ਕੰਨ ਸੁਣ ਨਹੀਂ ਪਾ ਰਹੇ, ਰਸਾਂ ਤੋਂ ਰਹਿਤ ਹੋ ਗਈ ਹੈ, ਸੋਝੀ ਤੇਰੀ ਖਤਮ ਹੋ ਗਈ ਹੈ, ਕਾਲ ਪਹੁੰਚਿਓ ਆਨ। ਤੇ ਮੌਤ ਸਰਾਣੇ ਆ ਕੇ ਖਲੋ ਗਈ ਹੈ। ਵੇਖੋ ਕਾਲ ਦੇ ਬੜੇ ਅਰਥ ਨੇ। ਕਾਲ ਸਮੇਂ ਨੂੰ ਵੀ ਕਹਿੰਦੇ ਨੇ ਵੀ ਮੌਤ ਦਾ ਸਮਾਂ ਆ ਗਿਆ। ਕਾਲ ਮ੍ਰਿਤਿੂ ਨੂੰ ਵੀ ਕਹਿੰਦੇ ਨੇ। ਤੇ ਕਾਲ ਦਾ ਭਾਵ ਹੈ ਜੋ ਮੌਤ ਤੋਂ ਰਹਿਤ ਮਹਾਕਾਲ ਹੈ, ਅਕਾਲ ਪੁਰਖ ਹੈ, ਸ੍ਰਿਸ਼ਟੀ ਨੂੰ ਲੈ ਕਰਨ ਵਾਲਾ। ਤੇ ਕਾਲ ਤੋਂ ਭਾਵ ਮੈਸੇਂਜਰ ਆਫ ਡੈਥ, ਮੌਤ ਦੇ ਉਹ ਕਰਿੰਦੇ ਨੇ ਜਿਹੜੇ ਜਮਰਾਜ ਦੇ ਹੁਕਮ ਵਿੱਚ, ਧਰਮਰਾਜ ਦੇ ਹੁਕਮ ਵਿੱਚ ਬੰਦੇ ਪਾਸੋਂ ਸੂਖਸ਼ਮ ਸਰੀਰ ਖੋਹ ਕੇ ਲੈ ਜਾਂਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਕਾਲ ਆਣ ਖਲੋਤਾ ਹੈ। ਬਾਣੀ ਨੇ ਨਾ ਭਿਅੰਕਰ ਸੱਪ ਵਰਗਾ ਕਿਹਾ ਹੈ ਕਾਲ ਨੂੰ। ਕਾਲ ਬਿਆਲ ਜੋ ਪਰਿਓ ਡੋਲੇ, ਮੁਖ ਪਸਾਰੈ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਬਿਆਲ ਕਹਿੰਦੇ ਨੇ ਅਧਹਾ ਸੱਪ ਨੂੰ, ਭਿਅੰਕਰ ਸੱਪ ਨੂੰ, ਵੱਡੇ ਸੱਪ ਨੂੰ। ਤੁਸੀਂ ਡਿਸਕਵਰੀ ਆਦਿਕ ਚੈਨਲ ਵੇਖਦੇ ਹੀ ਹੋ, ਐਨਾਕੋਂਡਾ ਆਦਿਕ ਵੱਡੇ ਜੋ ਸੱਪ ਹੁੰਦੇ ਨੇ, ਵੱਡੀ ਕਾਇਆ ਹੈ ਜਿਨ੍ਹਾਂ ਦੀ, ਜੋ ਪਸ਼ੂ ਪੰਛੀਆਂ ਨੂੰ ਸਬੂਤਾ ਨਿਗਲ ਜਾਂਦੇ ਨੇ। ਉਹ ਕਹਿੰਦੇ ਬਸ ਇਉਂ ਸਮਝੋ ਵੀ ਮੌਤ ਅਧਹਾ ਸੱਪ ਵਾਂਗੂ ਮੂੰਹ ਟੱਡੀ ਫਿਰਦੀ ਹੈ, ਤੇ ਹੁਣ ਮੌਤ ਦੇ ਮੂੰਹ ਵਿੱਚ ਬੱਚਾ ਆ ਜਾਵੇ, ਜਵਾਨ ਆ ਜਾਵੇ, ਬਜ਼ੁਰਗ ਆ ਜਾਵੇ, ਇਹ ਪਤਾ ਕੋਈ ਨਹੀਂ ਹੈ। ਜੋ ਆ ਗਿਆ ਉਸਨੇ ਲੈ ਜਾਣਾ ਹੈ। ਤੇ ਫਿਰ ਬੁਢਾਪਾ ਜਿਹੜਾ ਹੈ, ਇਹਦੀ ਤੇ ਇੱਕ ਖਾਸ ਨਿਸ਼ਾਨੀ ਹੈ ਵੀ ਇਹਦੇ ਬਾਅਦ ਤੇ ਕਾਲ ਆਣ ਪਹੁੰਚਿਆ ਹੈ। ਇਹਦੇ ਤੋਂ ਅਗਲੀ ਸਟੇਜ ਮੌਤ ਹੀ ਹੈ। ਹਜੇ ਹੋ ਸਕਦਾ ਹੈ ਬੱਚੇ ਨੂੰ ਜਵਾਨੀ ਤੱਕ ਜਾਣ ਦਾ ਕਾਲ ਮੌਕਾ ਦੇ ਦੇਵੇ, ਜਵਾਨ ਨੂੰ ਬਜ਼ੁਰਗੀ ਤੱਕ ਪਹੁੰਚਣ ਦਾ ਕਾਲ ਮੌਕਾ ਦੇ ਦੇਵੇ, ਪਰ ਬਜ਼ੁਰਗ ਤੋਂ ਅਗਾਂਹ ਕੋਈ ਮੰਜ਼ਿਲ ਨਹੀਂ ਹੈ, ਸਿੱਧੀ ਮੌਤ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਨਹੀਂ ਤੇ ਕੱਲ ਇਸ ਅਧਹਾ ਸੱਪ ਨੇ, ਕਾਲ ਨੇ ਤੈਨੂੰ ਗਰਸ ਲੈਣਾ ਹੈ, ਸਮਝ ਰੱਖੋ ਚੀਤ। ਇਹ ਚੇਤੇ ਰੱਖ ਮੌਤ ਨੂੰ, ਕਿਉਂਕਿ ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹ ਰੱਬ ਨੂੰ ਯਾਦ ਰੱਖਦੇ ਨੇ, ਤੇ ਜਿਨ੍ਹਾਂ ਦੇ ਰੱਬ ਚੇਤੇ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ।
सो महाराज पातशाह कहते सब तो वड्डा दुख मौत दा है, ਇਹਦੇ ਤੋਂ ਨਜ਼ਾਤ ਪਾਉਣ ਲਈ ਰੱਬ ਦੇ ਗੀਤ ਗਾਇਆ ਕਰ, ਫਿਰ ਚਿੰਤਾ ਨਹੀਂ ਰਵੇਗੀ ਦੁੱਖਾਂ ਦੀ, ਰੋਗਾਂ ਦੀ, ਸੋਗਾਂ ਦੀ, ਮੌਤ ਦੀ। ਸੋ ਕਹਿੰਦੇ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੇ ਨਰ, ਨਰ ਦਾ ਮਤਲਬ ਹੈ ਹੇ ਪੁਰਸ਼। ਨਰ ਦਾ ਮਤਲਬ ਦੇਵਤਿਆਂ ਦੀ ਇੱਕ ਖਾਸ ਜਾਤੀ ਵੀ ਹੈ। ਜਿਵੇਂ ਬਾਣੀ ਚ ਆਉਂਦਾ ਨਾ, ਸੁਰ ਨਰ ਗਣ ਗੰਧਰਵੇ ਜਪਿਓ, ਜਕਸ਼ ਵੀ ਕਹਿ ਦਿੱਤਾ ਜਾਂਦਾ ਹੈ। ਸੋ ਮਹਾਰਾਜ ਪਾਤਸ਼ਾਹ ਆਖਣ ਲੱਗੇ ਹੇ ਨਰ, ਤੇ ਅੱਗੇ ਲਫ਼ਜ਼ ਵਰਤਿਆ ਹੈ ਪਾਤਸ਼ਾਹ ਨੇ ਬਾਵਰੇ। ਜਿਹੜਾ ਬਾਵਰ ਲਫ਼ਜ਼ ਹੈ ਨਾ, ਇਹ ਪਾਗਲ ਨੂੰ ਕਿਹਾ ਜਾਂਦਾ ਹੈ, ਗਾਫਲ ਨੂੰ ਕਿਹਾ ਜਾਂਦਾ ਹੈ, ਜਿਹੜਾ ਹੋਸ਼ੋ ਹਵਾਸ ਗਵਾ ਕੇ ਬੈਠਾ ਹੈ, ਮਾਇਆ ਵਿੱਚ ਸੁੱਧ ਬੁੱਧ ਪਰਮਾਤਮਾ ਦੀ ਭੁੱਲ ਕੇ ਬੈਠਾ ਹੈ। ਅੱਗੇ ਕਹਿੰਦੇ ਨੇ ਭਜੈ ਭਗਵਾਨ। ਭਜੈ ਦਾ ਮਤਲਬ ਹੈ ਭਜਨ ਕਰਨਾ, ਸੇਵਾ ਕਰਨੀ, ਤੇ ਭਗਵਾਨ ਦਾ ਮਤਲਬ ਹੈ ਜੋ ਭਾਗਾਂ ਵਾਲਾ ਹੈ, ਸਰਬ ਗੁਣਾ ਸਹਿਤ ਹੈ, ਸੰਪੰਨ ਗੁਣਾਂ ਦੇ ਵਿੱਚ ਪਰਮੇਸ਼ਵਰ ਜੋ ਹੈ। ਕਹਿੰਦੇ ਤੂੰ ਬਾਵਰੇ ਨਰ ਭਗਵਾਨ ਦਾ ਭਜਨ ਨਹੀਂ ਕਰ ਰਿਹਾ, ਤੂੰ ਇਬਾਦਤ ਨਹੀਂ ਕਰ ਰਿਹਾ, ਗੁਣ ਨਹੀਂ ਗਾ ਰਿਹਾ, ਮੌਤ ਤੇਰੇ ਸਿਰ ਤੇ ਆਣ ਖਲੋਤੀ ਹੈ। ਦੇਖੋ ਭਜਨ ਕਰਨ ਲਈ ਕਿਉਂ ਕਹਿੰਦੇ ਨੇ, ਬਾਣੀ ਦਾ ਫਰਮਾਨ ਹੈ 184 ਭਰਮਤਿਆ ਦੁਰਲਭ ਜਨਮ ਪਾਇਓ ਏ, ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ। ਮਹਾਰਾਜ ਕਹਿੰਦੇ 84 ਲੱਖ ਜੂਨ ਦੇ ਲੰਬੇਰੇ ਗੇੜ ਤੋਂ ਬਾਅਦ ਇਹ ਮਨੁੱਖਾ ਜਾਮਾ ਤੈਨੂੰ ਮਿਲਿਆ ਹੈ। ਹੁਣ ਇਹੀ ਇੱਕ ਜਾਮਾ ਹੈ ਜਿਹਦੇ ਵਿੱਚ ਤੂੰ ਅਕਾਲ ਪੁਰਖ ਦੇ ਗੀਤ ਗਾ ਕੇ ਮੁਕਤੀ ਹਾਸਲ ਕਰਨੀ ਸੀ। ਜਿਵੇਂ ਬੱਚਾ ਸਕੂਲ ਦੇ ਵਿੱਚ ਨਰਸਰੀ ਜਮਾਤ ਵਿੱਚ ਦਾਖਲ ਹੁੰਦਾ ਹੈ, ਜਦੋਂ ਹਾਇਰ ਸੈਕੰਡਰੀਜ਼ ਦੀਆਂ ਜਮਾਤਾਂ ਉਹ ਪੜ੍ਹਦਾ ਹੈ, +2 ਕਰ ਜਾਵੇ ਤੇ ਉਹ ਆਪਾਂ ਕਹਿ ਦਿੰਦੇ ਵੀ ਸਕੂਲ ਤੋਂ ਮੁਕਤ ਹੋ ਗਿਆ, ਤੇ ਜੇ ਉਹ ਫੇਲ ਹੋ ਜਾਵੇ ਤਾਂ ਫਿਰ ਸਕੂਲ ਵਿੱਚ ਹੀ ਰਹਿ ਜਾਂਦਾ ਹੈ, ਜੋ ਬੜਾ ਦੁਖਦਾਇਕ ਹੈ ਉਸ ਬੱਚੇ ਦੇ ਲਈ। ਇਹ 84 ਲੱਖ ਦਾ ਗੇੜ ਹੈ, ਚੱਲਿਆ ਇੱਥੋਂ ਸੀ ਕਈ ਜਨਮ ਪਏ ਕੀਟ ਪਤੰਗਾ। ਇੱਥੋਂ ਚਲਦਿਆਂ ਚਲਦਿਆਂ ਮਹਾਰਾਜ ਕਹਿੰਦੇ ਨੇ ਦੁਰਲਭ ਜਨਮ ਪਾਇਓ ਹੈ, ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਮਨੁੱਖ ਬਣ ਗਿਆ ਤੂੰ, ਦੁਰਲਭ ਜਨਮ ਤੈਨੂੰ ਮਿਲ ਗਿਆ। ਹੁਣ ਇਸ ਜਨਮ ਦੇ ਵਿੱਚ ਜੇ 84 ਲੱਖ ਦਾ ਗੇੜ ਪਾਰ ਕਰਕੇ ਨਜ਼ਾਤ ਹਾਸਲ ਕਰਨੀ ਹੈ ਤੇ ਅਕਾਲ ਪੁਰਖ ਦੇ ਗੀਤ ਗਾਉਣੇ ਪੈਣੇ ਨੇ। ਜੋ ਗੀਤ ਗਾਵੇਗਾ ਉਹੀ ਪਾਰ ਲੰਘੇਗਾ। ਤੁਸੀਂ ਨਾ ਗਾ ਪਾਏ ਤੇ ਫਿਰ ਉੱਥੇ ਹੀ ਮੁੜ ਆਉਣਾ ਪਵੇਗਾ, ਕਈ ਜਨਮ ਪਏ ਕੀਟ ਪਤੰਗਾ, ਉੱਥੇ ਹੀ ਰਹਿਣਾ ਪੈ ਜਾਂਦਾ ਹੈ। ਹੁਣ ਮਹਾਰਾਜ ਆਖਣ ਲੱਗੇ ਉਹ ਦਿਨ ਨੇੜੇ ਆ ਗਿਆ ਹੈ, ਬਚਪਨ ਲੰਘ ਗਿਆ ਖੇਡਦਿਆਂ ਕੁੱਦਦਿਆਂ, ਜਵਾਨੀ ਲੰਘ ਗਈ ਰੰਗੀਨੀਆਂ ਦੇ ਵਿੱਚ, ਐਸ਼ ਪ੍ਰਸਤੀ ਦੇ ਵਿੱਚ, ਤੇ ਬੁਢਾਪਾ ਰੋਗਾਂ ਵਿੱਚ ਲੰਘ ਗਿਆ। ਹੁਣ ਕੀ ਇਲਾਜ ਹੋਵੇਗਾ? ਤੇ ਜਿਹੜੇ 2-4 ਸਾਹ ਰਹਿੰਦੇ ਨੇ, ਤਰਲਾ ਲੈ ਉਸ ਅਕਾਲ ਪੁਰਖ ਦਾ, ਉਹਦਾ ਬਿਰਦ ਬੜਾ ਬਖਸ਼ਿੰਦ ਹੈ, ਉਹਨੂੰ ਦਇਆ ਆ ਗਈ ਤੇ ਤੇਰਾ 84 ਦਾ ਗੇੜ ਕੱਟਿਆ ਜਾ ਸਕਦਾ ਹੈ। ਉਹਦੇ ਲਈ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆਇਆ ਕਰ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਗੁਰੂ ਕੋਲ ਆ ਕੇ ਗੁਰੂ ਦੀ ਬਾਣੀ ਪੜ੍ਹ ਕੇ ਅਕਾਲ ਪੁਰਖ ਨੂੰ ਧਿਆਵੇਂਗਾ, ਕਾਟਿਆ ਭਉ ਕਾਲ। ਇੱਕ ਤੇ ਮੌਤ ਦਾ ਡਰ ਕੱਟਿਆ ਜਾਵੇਗਾ, ਦੂਸਰਾ ਪਾਤਸ਼ਾਹ ਕਹਿੰਦੇ ਨੇ ਨਾਮ ਜਪਣ ਵਾਲੇ ਨੂੰ ਮੁਕਤ ਭੁਗਤ ਜੁਗਤ ਹਰ ਨਾਓ, ਪ੍ਰੇਮ ਭਗਤ ਨਾਨਕ ਗੁਣ ਗਾਓ,
मुक्ति मिलती है। जितने भी रोग ने सोग ने 84 लख जूना दा गेड़ है, ਇਹਦੇ ਚੋਂ निजात मिलेगी, लिबरेशन, आजाद हो जाओगे। अगे है भुगत, चंगा भोजन चंगे पदार्थ सुख मिलणगे। अगे है जुगत, जीवन जीउण दी जाच तैनू आ जावेगी। जुगत दा मतलब जुड़ना भी हुंदा है। जो खुदा नाल जुड़ गया, जिन्हें गीत गाए उन्होंने मुक्ति भी मिली, उसनू भुगत भी प्राप्त हो गई। सो प्रेम नाल ओदे गीत गाइए, ये साडा 84 लख जूना दा गेड़ कटिया जावे, साडे रोग कटे जाण, चिंतावां साडियां मिट जाण। महाराज कहंदे बड़ा समा व्यर्थ गवा लिया, बचपन लंघ गया, जवानी लंघ गई, बुढ़ापा लंघ रहा है, मौत आने वाली है, भरोसा कोई नहीं किस दिन मच्छी ते किस जगह जाल पै जावे। इस तो पहला के काल दे जाल दा शिकार होवें, अकाल पुरख दे गीत गा के निजात हासिल कर लै। इत्थे गुरु पातशाह दे पाक चौथे श्लोक दी समाप्ति है। अगे महाराज दा जिहड़ा गौड़ी राग दे विच शब्द है, आओ उस अगमी विचार नाल जुड़न दा जतन करिए। सतनाम श्री वाहिगुरु साहब जी, गौड़ी महला नौवां। साधो एहो मन गयो न जाई। महाराज गौड़ी राग दे विच गुरु तेग बहादुर साहब हुक्म करते ने, साधा नूं संबोधित करते ने, क्योंकि इत्थे दावा बड़े कर रहे ने, घाट ना किन्हीं ही कहाया सब कहते हैं, पाया धार्मिक लिबास पा के जेड़ा केड़ा कहंदा मैं रब नूं हासिल कीता है। सो महाराज उतली श्रेणी नूं समझाउंदे ने, जो अपने आप नूं इंसानियत चों उत्तम दर्जे ते रख के बैठे ने भी असीं मन नूं साधिया है। साध दा मतलब हुंदा है जिसने विषय विकारां नूं मार लिया, इंद्रे साध लए, मन नूं काबू विच कर लिया। तो महाराज उन्हां दावा करन वालियां नूं समझाउंदे ने, दीन दुनिया दे मालक कहंदे साधो मेरी इह गल ध्यान नाल सुनो, जेड़ा मन है ना, मन लख कोई दावे करे असीं मन नूं काबू विच कर लिया है, इउं काबू नहीं आउंदा। मन नूं काबू करना सुखाला नहीं है। हुण मन की है? सारियां दिमागी ताकतां, ज्ञान शक्तियां, जिथों संकल्प विकल्प फुरदे ने, सारी समझ सारी सूझ-बूझ, जिथों इच्छावां प्रगट हुंदियां ने, शुभ अशुभ विचार प्रगट हुंदी है, वो अगोचर इंद्रा जो नजरी नहीं आउंदा। अख नक कान आदि ये इंद्रे ते नजरी आउंदे ने। हुण महाराज पातशाह कहंदे ने, साधो ये जिहड़ा मन है ना, गहे तो भाव है पकड़ विच ले आउणा, ग्रहण कर लेना। कहंदे ये मन पकड़ विच नहीं आउंदा, ये सुखाला नहीं है काबू करना। क्यों मुश्किल है मन नूं काबू करना? पातशाह अगे फरमान करदे ने, चंचल तृष्णा संग मस्त है, याते थिर ना रहाई। कहंदे जो चंचल तृष्णा है, पदार्थां नूं प्राप्त करन दी प्रबल इच्छा है ना, वो इच्छा इस मन नूं टिकण नहीं दिंदी। मन दे नाल तृष्णा रहिंदी है। चंचल दा मतलब हुंदा चलाएमान, जो स्थिर नहीं है, जो एक जगह टिकदा नहीं है। कवियां ने ना जदों उदाहरण देनी होवे भी मन चंचल है किस वर्गा है, तो वो उदाहरण इस तरह दिंदे ने, जिवें पौण चंचल है, हवा चलती रहिंदी है ना, मन भी चलाएमान रहिंदा है।
जिवें बांदर बड़ा चंचल हुंदा, टपणों नहीं हटदा, इदां ही शरीर किते है ते मन किते टपदा फिरदा है। हाथी दे ਕੰਨ कदे देखियो वो हिलदे रहिंदे ने। इदां दियां बड़ियां उदाहरणां विद्वान दिंदे ने। बिजली जिवें बड़ी चंचल है, रंचक मात्र लई प्रगट हो के लुप्त हो जाती है। महाराज पातशाह गुरु तेग बहादुर साहब कहंदे चंचल तृष्णा इहदे नाल वसदी है। तृष्णा पदार्थां दी प्यास, पदार्थां प्रति त्रिखा, पदार्थां दे प्रति जो साडा लालच है, होर प्राप्त हो जावे, सब कुछ मैनू मिल जावे, उन्होंने तृष्णा कह दिंदे ने। थिर दा मतलब है नेह चल, जो चलाएमान नहीं है। सो गुरु तेग बहादुर साहब इत्थे आखण लगे ये थिर इसलिए नहीं रह पाउंदा, इहदे नाल तृष्णा वसदी है। हुण देखो बाणी चाहुंदा ना, पापी हीए मैं काम बसाए, मन चंचल या ते गह्यो ना जाए। मन दे अंदर कामना बनी रहिंदी है पदार्थां दी। हर इंद्रे दी कोई ना कोई कामना है जिहदे पिछे मन ही कर्म करदा है। हर इंद्रे दे पिछे मन है, मन ही इंद्रियां नूं चला रहा है। हुण हर इंद्रे दी वखो वखरी इच्छा हुंदी, कामना हुंदी। बाणी ने उदाहरण भी दिती है, पंच चोर चंचल चित चाल है। पंज इंद्रे ने, कर्म इंद्रे, अखां नक कान नादक, सारियां दियां आपो अपनियां कामनावां ने। अखां कहिंदियां ए गैरां दा रूप तकी जावां, तकी जावां। कान चुगली निंदा सुन लई, आसा लई बैठे ने, स्वाद लैंदे ने चुगली निंदा चों। जुबान पदार्थां चों रस कसमान दी है। शरीर गैरां दे संग नाल तुरिया रहिंदा है। सो महाराज कहंदे ने ये जेड़े इंद्रे ने, इन्हां दी जेड़ी भुख है वो याद रखियो कदे मिट नहीं सकती। भाई गुरदास जी ने कहा सी ना, अखी वेख ना रजियां बहुरंग तमाशे, उस्तत निंदा कन सुन रोवण तै हासे। सादी जीब ना रजियां कर भोग बिलासे, नक ना रजा वास लै दुर्गंध सुवासे। कहंदे कदे अखां रजदियां ने गैरां दा रूप तक के, रंगीनियां वेख के, ये कदे नहीं रजदियां। ना कानी रजदे ने चुगली निंदा सुन के, ना जुबान ही स्वाद चख चख के रजदी है। ते नक जिहड़ा है सुगंधियां माणदा रहिंदा है, किथे रजदा है। रज ना कोई जीविया, कूड़े परवासे पीर मुरीदा पिरहड़ी सची रहरासे। भाई गुरदास जी कहंदे ने बंदा रज नहीं पाउंदा, इंद्रे रज नहीं पाउंदे, रज के ज्यूं नहीं पाउंदा। ते मुकदी गल यह है, मुरीदां ने पीरां नाल प्रीति पा लई। भाव गुरु नानक साहब दे जेड़े मुरीद ने, जिन्ना गुरु नानक नाल खुदाया नाल प्रीति पाई है ना, उन्हां दी रहो रीत, उन्हां दा जीवन, उन्हां दा सिद्धांत जिहड़ा है वो सच्चा है। भाव एक अकाल पुरख नूं गुरु नानक दे मुरीद ध्याउंदे ने, ते जिन्हां नूं अकाल पुरख प्राप्त हो जावे ओही रजे ने, उन्हां नूं ही संतोख है। होर कोई तरीका नहीं है भी बंदे नूं रज आ जावे। बिना संतोख नहीं को रज है। बिना भजन सिमरन तो, बिना संतोख तो रजिया नहीं जा सकता। संतोख की है? जदों तुसी बाणी पढ़दे हो ना, तुहाडी एक अवस्था बन जाती है भाणा मनण दी भी जो कुछ भी मिलिया है उहदे हुक्म विच वो प्राप्त करके खिड़े मथे रहना, खेड़े विच रहना।
कोई शिकवा नहीं है भी ये नहीं मिलिया वो नहीं मिलिया, सदा सदा शुकराना ही है भी जो दिता है औकात नालों वध के दिता है। ऐसी अवस्था महाराज पातशाह कहंदे संतोख होवे ते राज आउंदा है, नहीं ते दीन दुनिया दे मालक आखण लगे ये जिहड़ी तृष्णा है ना इहदी अग नहीं मिटदी, प्रबल इच्छा पदार्थां दी नहीं मिटदी, जिन्हां पदार्थां दी प्राप्ति लई फिर मन जिहड़ा है दौड़दा रहिंदा है, उहनूं टका नहीं आउंदा। एक नाम भजन सिमरन दियां बूंदां ही ये मन अंदर लगी तृष्णा दी अग बुझा सकदियां ने, मन नूं टिका बख्श सकदियां ने, होर कोई चारा नहीं है। अगे महाराज फरमान करदे ने, कठन क्रोध घट ही के भीतर, जिह शुद्ध सब बिसराई। हुण जिहड़ा क्रोध है ना, महाराज पातशाह कहंदे ने रहिंदी खुंदी सोधे खो लैंदा है। एक ते बुढ़ापा आ गया, इंद्रे काम छड्ड रहे ने, उत्तों आपां कई बार देखते हैं क्रोध बड़ा आउंदा है इंसान नूं, कहंदे ये बड़ा कठोर है। कठोर तो भावे सख्त बड़ा है, करड़ा बड़ा है, निर्दयी बड़ा है, बेरहम बड़ा है। क्रोध काबू विच नहीं आउंदा। तुसीं वेखोगे बड़ा बड़ा नुकसान गुस्से विच आपां कर बैठते हैं। गुस्से विच बड़े बड़े इत्थे रिश्ते विगड़ जांदे ने। कहंदे जिहड़ा क्रोध नाल वसदा है ना, जो बड़ा सख्त है, जो बड़ा करड़ा है, घट ही के भीतर, अंतशकरण विच मन दे अंदर, इस घट दे घड़े दे अंदर जो वस रहा है, जो गुस्सा है, कहंदे जेहे सुध सब बिसराई। सुध दा मतलब है सोझी, होशो हवास, ज्ञात ज्ञान। वो रहिंदा खुंदा जिहड़ा ज्ञान सी, जिहड़ी होश सी, जिहड़ी समझ सी, उत्ते क्रोध पड़दा पा दिंदा है। तुसीं वेखो गुस्से विच बंदे दा ज्ञान काम नहीं करदा, सोझी काम नहीं करदी। जदों क्रोध वस कोई गलत कर्म कर बैठदा है ना, 2-4 मिनट बाद उहनूं समझ लगदी है भी ये की कर बैठा मैं। कोई भी गुनाह बंदा गुस्से विच कर लवे, लोकां सामने वो पश्चाताप करे जां ना करे, आपां सब जाणदे हां भी अंदर पछतावा जरूर हुंदा भी ये क्यों कर बैठा है। मतलब यह है भी जदों क्रोध सिर ते चढ़दा है ना, उदों सोझी चली जांदी है, उदों होश नहीं रहिंदी, उदों समझ मिट जांदी है। इत्थे लफ्ज वरतिया है बिसराई। बिसरण, बिसरण दा भाव हुंदा है याद तो भुल जाना, कुछ चेते ना रहना। क्रोध बंदे दी सोझी खत्म करदा है, होश खत्म करदा है। अगे पातशाह आखण लगे सब तो वड्डा नुकसान जो क्रोध करदा है वो ये है, रतन ज्ञान सब को हिर लीना, तास्यो कशना बसाई। रतन भाव जो मोतियां विच सब तो कीमती होवे, अमोलक पदार्थ। समुंदर चों रतन निकलदे ने ना, कच दे टुकड़ियां नालों मोतियां नालों उन्हां दी कीमत वध के हुंदी है। हुण दुनिया दे अंदर जितना भी ज्ञान तुसीं चुकी फिरदे हो, जितनियां भी पुस्तकां तुसीं पढ़ियां ने, भाषावां तुसीं सिੱਖੀਆਂ ने, पदार्थां दा जो ज्ञान है, ये सारा मोतियां दी न्याई है। ते सब ज्ञानां विचों जो ब्रह्म दा ज्ञान है, अकाल पुरख दा ज्ञान है, वो रतन वर्गा कीमती है, वो सब तो उच्चा है। कहंदे जो परमात्मा दा ज्ञान सी ना, जो अकाल पुरख दा ज्ञान सी, जे इंसान नूं क्रोध आ जावे ते वो ज्ञान जिहड़ा है वो भी इस पासों खुस जांदा है।
ਰਾਵਣ ਕਿਤੇ ਛੋਟਾ ਗਿਆਨੀ ਸੀ, ਚਤੁਰ ਬਖਤਾ। ਸਾਰੀ ਕ੍ਰੋਧ ਵਿੱਚ ਆਏ ਨੇ ਖੇਡ ਵਿਗਾੜ ਲਈ। ਸੀਤਾ ਮਾਤਾ ਨੂੰ ਚੁੱਕ ਬੈਠਾ। ਸਮੇਂ ਦੇ ਅਵਤਾਰ ਰਾਮਚੰਦਰ ਜੀ ਦੇ ਨਾਲ ਮੁਕਾਬਲਾ ਹੋਇਆ, ਮਿਟ ਗਿਆ ਖੁਰਾ ਖੋਜ ਮਿਟ ਗਿਆ। ਮੂਰਖ ਰਾਵਣ ਕਿਆ ਲੈ ਗਿਆ, ਮਹਾਰਾਜ ਕਹਿੰਦੇ ਕੀ ਪੱਲੇ ਰਿਹਾ। ਏਡਾ ਗਿਆਨੀ ਕ੍ਰੋਧ ਵਿੱਚ ਖੇਡ ਵਿਗਾੜ ਬੈਠਾ, ਕਾਮ ਵਿੱਚ ਖੇਡ ਵਿਗਾੜ ਬੈਠਾ। ਸੋ ਕਹਿੰਦੇ ਜੋ ਬੜਾ ਕੀਮਤੀ ਗਿਆਨ ਹੈ, ਕ੍ਰੋਧ ਉਹ ਤੁਹਾਡੇ ਪਾਸੋਂ ਖੋਹ ਲਵੇਗਾ। ਰਤਨ ਤੋਂ ਭਾਵ ਸ਼ੁਭ ਗੁਣ ਵੀ ਨੇ, ਸਤ ਸੰਤੋਖ ਦਇਆ ਧਰਮ। ਕ੍ਰੋਧੀ ਬੰਦੇ ਕੋਲੋਂ ਇਹ ਗੁਣ ਦੂਰ ਹੋ ਜਾਂਦੇ ਨੇ। ਰਤਨ ਦਾ ਮਤਲਬ ਪਰਮਾਤਮਾ ਪ੍ਰਤੀ ਵੈਰਾਗ ਵੀ ਹੈ। ਸੋ ਕਹਿੰਦੇ ਉਹਦੇ ਅੰਦਰ ਵੈਰਾਗ ਨਹੀਂ ਰਹਿੰਦਾ ਪਰਮਾਤਮਾ ਦੇ ਪ੍ਰਤੀ। ਸੋ ਇਹ ਜਿਹੜਾ ਕ੍ਰੋਧ ਹੈ ਨਾ, ਇਹ ਹਿਰ ਲੈਂਦਾ ਹੈ। ਤੇ ਹਿਰ ਦਾ ਮਤਲਬ ਹੁੰਦਾ ਹੈ ਚੋਰੀ ਹੋ ਜਾਣਾ, ਕੁਝ ਸਾਡੇ ਪਾਸੋਂ ਠੱਗਿਆ ਜਾਣਾ। ਉਹ ਜਿਹੜਾ ਕ੍ਰੋਧ ਹੈ ਉਸਨੇ ਗਿਆਨ ਵੀ ਖੋਹ ਲਿਆ। ਔਰ ਹੁਣ ਮੁਸ਼ਕਿਲ ਇਹ ਹੈ, ਮਹਾਰਾਜ ਕਹਿੰਦੇ ਨੇ ਤਾ ਸਿਓ ਕਛ ਨਾ ਬਸਾਈ। ਕ੍ਰੋਧ ਅੱਗੇ ਵਸ ਵੀ ਕੋਈ ਨਹੀਂ ਚੱਲਦਾ। ਜਦੋਂ ਬੰਦਾ ਕ੍ਰੋਧ ਵਿੱਚ ਆਉਂਦਾ ਹੈ, ਹੋਸ਼ ਨਹੀਂ ਰਹਿੰਦੀ, ਗਲਤ ਕਦਮ ਚੁੱਕ ਬੈਠਦਾ ਹੈ। ਬਾਅਦ ਵਿੱਚ ਸਮਝ ਲੱਗਦੀ ਹੈ ਇਹ ਕਦਮ ਗਲਤ ਚੁੱਕੇ ਗਏ ਨੇ, ਇਹ ਨੁਕਸਾਨ ਵੱਡਾ ਹੋ ਗਿਆ, ਹੁਣ ਭਰਪਾਈ ਨਹੀਂ ਹੋਵੇਗੀ। ਸੋ ਗਿਆਨ ਨੂੰ ਖਤਮ ਕਰਦਾ ਹੈ ਕ੍ਰੋਧ। ਤੇ ਹੁਣ ਕ੍ਰੋਧ ਠੰਡਾ ਕਰਨ ਲਈ ਵੀ ਇੱਕੋ ਹੀ ਤਰੀਕਾ ਹੈ, ਅਕਾਲ ਪੁਰਖ ਦੇ ਗੀਤ ਗਾਉਣੇ, ਬਾਣੀ ਦੇ ਛਿੱਟੇ ਮਾਰਨੇ। ਤ੍ਰਿਸ਼ਨਾ ਦੀ ਅੱਗ ਵੀ ਬਾਣੀ ਬੁਝਾਵੇਗੀ ਤੇ ਕ੍ਰੋਧ ਦੀ ਅੱਗ ਵੀ ਬਾਣੀ ਬੁਝਾਉਂਦੀ ਹੈ। ਸੋ ਮਹਾਰਾਜ ਕਹਿੰਦੇ ਬੜੇ ਬੜੇ ਰਖੀਆਂ ਮੁਨੀਆਂ ਨੂੰ ਕ੍ਰੋਧ ਆਇਆ, ਉਹਨਾਂ ਦਾ ਗਿਆਨ ਵੀ ਮਿੱਟੀ ਹੋ ਗਿਆ। ਵਾਸੀ ਨਾ ਚੱਲਿਆ ਕ੍ਰੋਧ ਦੇ ਉੱਤੇ ਕਿਸੇ ਦਾ। ਮਨ ਕ੍ਰੋਧਿਤ ਹੋਇਆ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦਾ। ਅੱਗੇ ਮਹਾਰਾਜ ਪਾਤਸ਼ਾਹ ਹੁਕਮ ਕਰਦੇ ਨੇ, ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਮਨ ਨੂੰ ਜਿੱਤਣ ਲਈ, ਕ੍ਰੋਧ ਨੂੰ ਜਿੱਤਣ ਦੇ ਲਈ ਜੋਗੀਆਂ ਨੇ ਬੜੇ ਯਤਨ ਕੀਤੇ, ਚੌਂਕੜੇ ਲਾਏ। ਜੋਗੀ ਕੀ ਹੈ? ਵੈਸੇ ਤੇ ਇਹਦਾ ਅਸਲ ਅਰਥ ਹੁੰਦਾ ਰੱਬ ਨਾਲ ਜੁੜਿਆ ਹੋਇਆ, ਪਰ ਭਾਰਤ ਵਰਸ਼ ਵਿੱਚ ਜੋਗੀ ਲਫ਼ਜ਼ ਜਿਹੜਾ ਹੈ ਨਾ, ਉਹ ਉਹਨਾਂ ਜੋਗੀ ਜਨਾਂ ਲਈ ਆਉਂਦਾ ਹੈ ਜਿਹੜੇ ਗੋਰਖਨਾਥ ਜੀ ਦੇ ਮਤ ਅਨੁਸਾਰ ਜੋਗ ਭੇਸ ਨੂੰ ਧਾਰਨ ਕਰ ਚੁੱਕੇ ਨੇ, ਪ੍ਰਾਣਾਯਾਮ ਕਰਦੇ ਨੇ, ਜੋਗ ਸਾਧਨਾ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਦੇਖੇ ਨੇ ਬੜੇ ਬੜੇ ਜੋਗੀ, ਥੱਕ ਗਏ ਸਾਧਨਾ ਕਰਦੇ ਕਰਦੇ, ਮਨ ਕਾਬੂ ਵਿੱਚ ਨਾ ਆਇਆ। ਉਹਨਾਂ ਬੜੇ ਯਤਨ ਕੀਤੇ, ਉਹਨਾਂ ਕੋਸ਼ਿਸ਼ ਕੀਤੀ, ਉਦਮ ਕੀਤੇ, ਉਪਰਾਲੇ ਕੀਤੇ। ਤੇ ਇੱਕ ਪੱਖ ਜਿਹੜੇ ਬੜੇ ਗੁਣੀ ਗਿਆਨੀ ਚਤੁਰ ਸਨ, ਉਹਨਾਂ ਗੁਣੀ ਗਿਆਨੀਆਂ ਨੇ ਵੀ ਯਤਨ ਕਰਕੇ ਵੇਖ ਲਏ। ਵਿਦਵਾਨ ਪੁਰਸ਼ਾਂ ਨੇ ਵਿਦਿਆ ਦੀਆਂ ਵਡਿਆਈਆਂ ਕਰਕੇ ਵੇਖ ਲਈਆਂ। ਬੜੇ ਚਤੁਰ ਜਿਹੜੇ ਲੋਕ ਸਨ, ਚਲਾਕੀਆਂ ਕਰ ਕਰ ਵੇਖ ਲਈਆਂ, ਪਰ ਇਹ ਸਮਰੱਥਾ ਕਿਸੇ ਵਿੱਚ ਨਹੀਂ ਸੀ ਵੀ ਮਨ ਨੂੰ ਕਾਬੂ ਵਿੱਚ ਕਰ ਲੈਂਦੇ। ਕਈਆਂ ਰੱਬ ਦੇ ਗੁਣ ਵੀ ਗਾਏ, ਗੁਣੀਆਂ ਗਿਆਨੀਆਂ, ਰੱਬ ਦੇ ਗੀਤ ਗਾਇਆ ਵੀ ਕਾਬੂ ਵਿੱਚ ਨਾ ਆਇਆ। ਹੁਣ ਮਹਾਰਾਜ ਨੂੰ ਪੁੱਛੀਏ ਵੀ ਏਡੇ ਏਡੇ ਸਾਧਨ ਕੀਤਿਆਂ ਵੀ ਜੇ ਕਾਬੂ ਵਿੱਚ ਨਹੀਂ ਆਉਂਦਾ ਤਾਂ ਫਿਰ ਹੁਣ ਕੀ ਕੀਤਾ ਜਾ ਸਕਦਾ ਹੈ? ਤੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਇਹਦਾ ਹੱਲ ਦੱਸਦੇ ਨੇ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਜਨ ਨਾਨਕ ਹਰ ਭਏ ਦਇਆਲਾ, ਤਉ ਸਭ ਬਿਦ ਬਨ ਆਈ। ਕਹਿੰਦੇ ਕੋਈ ਵੀ ਸਾਧਨ ਕਰੋ, ਅਰਦਾਸ ਕਰਿਆ ਕਰੋ, ਐ ਪਰਮ ਈਸ਼ਵਰ ਸਾਡੇ ਵਿੱਚ ਗੁਣ ਕੋਈ ਨਹੀਂ ਹੈ, ਸਾਨੂੰ ਗਿਆਨ ਕੋਈ ਨਹੀਂ ਹੈ, ਨਿਗੁਣੇ ਆ ਅਸੀਂ, ਕਿਰਪਾ ਕਰ ਸਾਡੇ ਤੇ ਦਇਆ ਕਰ
ਤੇ ਜਦੋਂ ਕਿਧਰੇ ਸਾਧਨ ਕਰਦਿਆਂ ਕਰਦਿਆਂ, ਸੇਵਾ ਕਰਦਿਆਂ, ਗੁਣ ਗਾਉਂਦਿਆਂ, ਭਜਨ ਕਰਦਿਆਂ, ਯਤਨ ਕਰਦਿਆਂ ਸਿੱਖਾ ਅਰਦਾਸ ਕਰਦਾ ਰਵੇਂਗਾ ਨਾ, ਤੇ ਅਰਦਾਸ ਹੋ ਗਈ ਪ੍ਰਵਾਨ, ਤੋ ਸਭ ਬਿਧ ਬਨ ਆਈ। ਇੱਥੇ ਭਾਵ ਇਹ ਹੈ ਵੀ ਫਿਰ ਕੋਈ ਵੀ ਤਰੀਕਾ ਤੂੰ ਵਰਤਿਆ ਹੋਇਆ ਤੈਨੂੰ ਕਾਮਯਾਬੀ ਮਿਲ ਜਾਵੇਗੀ ਜੇ ਉਹਨੇ ਅਰਦਾਸ ਸੁਣ ਲਈ। ਤੇ ਜੇ ਉਹਦੀ ਕਿਰਪਾ ਹੋਵੇ ਤੇ ਫਿਰ ਹੀ ਸਾਰੇ ਸਾਧਨ ਸਿੱਧ ਹੁੰਦੇ ਨੇ, ਫਿਰ ਹੀ ਮਨ ਕਾਬੂ ਵਿੱਚ ਆਉਂਦਾ ਹੈ, ਨਹੀਂ ਤੇ ਨਹੀਂ। ਤੇ ਉਹ ਅਰਦਾਸ ਸੁਣਦਾ ਹੈ, ਉਹਦੇ ਲਈ ਦਇਆਲ ਲਫ਼ਜ਼ ਆਉਂਦਾ ਹੈ। ਉਹ ਦਿਆਲੂ ਹੈ, ਉਹ ਦਇਆਰ ਹੈ, ਉਹ ਦਇਆਵਾਨ ਹੈ, ਉਹ ਰਹੀਮ ਹੈ, ਉਹ ਕਿਰਪਾ ਕਰਨ ਵਾਲਾ ਹੈ, ਕਰਨ ਕਾਰਨ ਸਮਰੱਥ ਦਇਆਲ। ਭਾਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਰਦਾਸ ਹੀ ਕਾਰਜ ਸਵਾਰਦੀ ਹੈ। ਨਹੀਂ ਤੇ ਕਈ ਵਾਰ ਸਾਧਨਾ ਦਾ, ਸੇਵਾ ਦਾ, ਭਜਨ ਦਾ, ਸਿਮਰਨ ਦਾ ਵੀ ਅਹੰਕਾਰ ਹੋ ਜਾਂਦਾ ਹੈ। ਤੇ ਦਾਸ ਇਹ ਕਹਿੰਦਾ ਹੁੰਦਾ ਹੈ, ਹਰ ਜੀਓ ਅਹੰਕਾਰ ਨਾ ਭਾਵਈ। ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾ ਅਕਾਲ ਪੁਰਖ ਨੂੰ। ਸੋ ਅਰਦਾਸ ਕਰਨੀ ਹੀ ਮੁੱਖ ਸਾਧਨ ਹੈ। ਮਹਾਰਾਜ ਕਹਿੰਦੇ ਫਿਰ ਬਿਧ ਬਣ ਆਵੇਗੀ, ਮਤਲਬ ਹਰ ਤਰੀਕਾ ਸਫਲਾ ਹੋ ਜਾਵੇਗਾ ਤੇਰਾ ਵਰਤਿਆ ਹੋਇਆ, ਮਨ ਕਾਬੂ ਆ ਜਾਵੇਗਾ, ਤ੍ਰਿਸ਼ਨਾ ਮਿਟ ਜਾਵੇਗੀ। ਜਿਵੇਂ ਬਾਣੀ ਚਾਹੁੰਦਾ ਨਾ, ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਮਨ ਚੰਚਲ ਹੈ, ਉਹਨੂੰ ਅਚਲ ਕਰਨਾ, ਠਹਿਰਾ ਲੈਣਾ ਇਹ ਔਖਾ ਹੈ। ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ। ਮਾਨੋ ਜਿਨ੍ਹਾਂ ਮਨ ਨੂੰ ਅਚਲ ਕਰ ਲਿਆ ਉਹ ਮੁਕਤ ਹੈ, ਹੀ ਇਜ਼ ਲਿਬਰੇਟਡ, ਉਹ ਨਿਜ਼ਾਤ ਹਾਸਲ ਕਰ ਚੁੱਕਿਆ ਹੈ। ਪਰ ਇਹ ਕਾਬੂ ਵਿੱਚ ਕਿਵੇਂ ਆਉਂਦਾ ਹੈ? ਕਹਿੰਦੇ 10 ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। 10 ਦਿਸ਼ਾਵਾਂ ਵੱਲ ਦੌੜ ਲਿਓ, ਇਹਨੂੰ ਕੋਈ ਰਖੀ ਮੁਨੀ ਕਾਬੂ ਨਹੀਂ ਕਰ ਸਕਦਾ ਜਿੰਨਾ ਚਿਰ ਅਕਾਲ ਪੁਰਖ ਦੀ ਕਿਰਪਾ ਨਾ ਹੋਵੇ। ਤੇ ਜਿੰਨਾ ਫਿਰ ਮਨ ਜਿੱਤ ਲਿਆ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਜੀਤਾ ਜਗ ਜੀਤ। ਉਹਨਾਂ ਦੁਨੀਆ ਜਿੱਤ ਲਈ, ਭਾਵ ਉਹਨਾਂ ਵਿਕਾਰ ਜਿੱਤ ਲਏ, ਉਹਨਾਂ ਇੰਦਰੇ ਜਿੱਤ ਲਏ, ਉਹ ਮੁਕਤ ਹੋ ਗਏ, ਉਹ ਐਮੈਂਸੀਪੇਸ਼ਨ ਹਾਸਲ ਕਰ ਗਏ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਸੋ ਐਸੀ ਮਹਾਨ ਸਿੱਖਿਆ ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ੀ ਹੈ। ਮਹਾਰਾਜ ਪਾਤਸ਼ਾਹ ਦੀ ਅਗੰਮੀ ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਇਹ ਜੀਵਨ ਸਫਲਾ ਹੋਵੇ। ਸਮੁੱਚੀ ਕਾਇਨਾਤ ਅੰਦਰ ਮਨੁੱਖਤਾ ਲਈ, ਇਨਸਾਨੀਅਤ ਲਈ, ਸਨਾਤਨ ਮਤ ਲਈ ਸਿਰ ਵਾਰਨ ਵਾਲੇ ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਸ਼ਤਾਬਦੀ 400 ਸਾਲਾ 1 ਮਈ 2021 ਨੂੰ ਸਮੁੱਚੀ ਦੁਨੀਆ ਅੰਦਰ ਮਨਾਈ ਜਾਣੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਨ ਉਪਰਾਲੇ ਕਰ ਰਹੀ ਹੈ ਇਸ ਸ਼ਤਾਬਦੀ ਨੂੰ ਮਨਾਉਣ ਦੇ। ਉਸੇ ਹੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਗੰਮੀ ਬਾਣੀ ਦੀ ਵਿਚਾਰ ਜੋ ਮਨੁੱਖਤਾ ਦੇ ਭਲੇ ਲਈ ਹੈ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਧਰਮ ਪ੍ਰਚਾਰ ਕਮੇਟੀ ਨੇ ਕਰਵਾਉਣਾ ਕੀਤੀ ਹੈ। ਇਹ ਵਿਚਾਰ 1 ਮਈ ਤੱਕ ਚੱਲਣੀ ਹੈ। ਵੱਖ-ਵੱਖ ਕਥਾਵਾਚਕ ਹਾਜ਼ਰੀਨ ਹੋ ਕੇ ਸੇਵਾ ਕਰਨਗੇ। ਸੋ ਦਾਸ ਪ੍ਰਬੰਧਕ ਜਨਾਂ ਦਾ, ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਹੈ। ਰੋਜ਼ ਤੁਸੀਂ ਸੁਣਦੇ ਹੋ, ਸੰਗਤ ਨੂੰ ਪ੍ਰੇਰ ਕਰਕੇ ਗੁਰੂ ਕੇ ਪਾਕ ਗੁਰਧਾਮਾਂ ਦੀ ਸੇਵਾ ਕਰਵਾਉਂਦੇ ਨੇ। ਔਰ ਇੱਥੇ ਕਾਰ ਸੇਵਾ ਕਰਵਾਉਣ ਵਾਲੇ ਜਿਤਨੇ ਵੀ ਸਤਿਪੁਰਸ਼ ਨੇ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸਾਰਿਆਂ ਦਾ ਵੱਧ ਚੜ ਕੇ ਸੰਗਤਾਂ ਸਾਥ ਦਿਆ ਕਰੋ। ਇਹ ਸੇਵਾਵਾਂ ਚੱਲਦੀਆਂ ਰਹਿਣ। ਸੋ ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ, ਭੁੱਲ ਚੁੱਕ ਦੀ ਖਿਮਾ ਜੀ। ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਖੁਦ ਖੁਦਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਇਸ ਤੁਸ਼ ਬੁੱਧੀ ਕੋਲੋਂ ਆਪਣੀ ਪਾਕ ਬਾਣੀ ਦੀ ਵਿਚਾਰ ਕਰਵਾਈ ਹੈ, ਉਹਨਾਂ ਦੇ ਚਰਨਾਂ ਵਿੱਚ ਸਜਦਾ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।